नरेंद्र मोदी नरेंद्र मोदी किसान मजदूर एकता नरेंद्र मोदी नरेंद्र मोदी किसान मजदूर एकता किसान मजदूर एकता किसान मजदूर एकता ਭਾਰਤ ਵਿੱਚ ਚੱਲ ਰਹੇ ਕਿਸਾਨਾਂ ਦੇ ਮੁੱਦੇ ਨੇ ਇੱਕ ਭਾਂਬੜ ਦਾ ਰੂਪ ਧਾਰਨ ਕਰ ਲਿਆ, ਜਿਸ ਦਾ ਸੇਕ 7 ਸਮੁੰਦਰ ਪਾਰ ਵੀ ਪਹੁੰਚ ਗਿਆ। ਜੀ ਹਾਂ, ਭਾਰਤ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਮਾਰੂ ਬਿੱਲਾਂ ਦੇ ਵਿਰੋਧ ਵਿੱਚ ਜਿੱਥੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਰੋਸ ਪ੍ਰਦਰਸ਼ਨ ਹੋ ਰਹੇ ਨੇ, ਉੱਥੇ ਹੀ ਕੈਨੇਡਾ ਦੇ ਸੂਬੇ ਅਲਬਰਟਾ ਦੇ ਸ਼ਹਿਰ ਐਡਮਿੰਟ ਵਿੱਚ ਵੀ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਦੱਸਦੇ ਕਿ ਵੱਖ-ਵੱਖ ਕਾਲਜਾਂ ਯੂਨੀਵਰਸਿਟੀਆਂ ਦੇ ਵਿਦਿਆਰਥੀ ਅਤੇ ਕੁੜੀਆਂ ਮੁੰਡਿਆਂ ਵੱਲੋਂ ਵੀ ਇੱਕ ਕਾਰ ਰੈਲੀ ਕੱਢੀ ਗਈ, ਜੋ ਕਿ ਤਕਰੀਬਨ 10 ਕਿਲੋਮੀਟਰ ਲੰਬੀ ਸੀ। ਇਹ ਕਾਰ ਰੈਲੀ ਇੱਕ ਵੱਡੇ ਕਾਫਲੇ ਦੇ ਰੂਪ ਵਿੱਚ 17 ਸਟਰੀਟ ਤੋਂ ਚੱਲ ਕੇ ਵਾਈਟ ਮੱਡ ਤੋਂ ਹੁੰਦੀ ਹੋਈ 91 ਸਟਰੀਟ ਅਤੇ 23 ਐਵਨਿਊ ਰਾਹੀਂ ਮੈਡੋਜ਼ ਰੀਕ ਸੈਂਟਰ ਦੀਆਂ ਖੁੱਲੀਆਂ ਗਰਾਊਂਡ ਵਿੱਚ ਜਾ ਕੇ ਸਮਾਪਤ ਕੀਤੀ ਗਈ। ਜੀ ਹਾਂ, ਤੁਸੀਂ ਵੀ ਵੇਖੋ ਅਲਬਰਟਾ ਦੇ ਸ਼ਹਿਰ ਐਡਮਿੰਟ ਵਿੱਚ ਵੱਡੇ ਪੱਧਰ ਤੇ ਕੀਤੇ ਗਏ ਰੋਸ ਪ੍ਰਦਰਸ਼ਨ ਦੀਆਂ ਇਹ ਵੀਡੀਓ। नरेंद्र मोदी नरेंद्र मोदी किसान मजदूर एकता किसान मजदूर एकता नरेंद्र मोदी नरेंद्र मोदी किसान मजदूर एकता किसान मजदूर एकता
सरकार सरकार नो फार्मर नो फार्मर नो फार्मर वी सपोर्ट वी सपोर्ट वी सपोर्ट वी सपोर्ट चलो किसान मजदूर एकता किसान मजदूर एकता बोलो ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਵੱਲੋਂ ਇਹਨਾਂ ਕਿਸਾਨ ਮਾਰੂ ਬਿੱਲਾਂ ਬਾਰੇ ਚਾਨਣਾ ਪਾਉਂਦਿਆਂ ਭਾਰਤ ਸਰਕਾਰ ਦੀ ਖੁੱਲ੍ਹ ਕੇ ਨਿਖੇਧੀ ਕੀਤੀ ਗਈ ਅਤੇ ਇਹਨਾਂ ਨੂੰ ਵਾਪਸ ਲੈਣ ਲਈ ਕਿਹਾ ਗਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਅੱਜ ਭਾਵੇਂ ਅਸੀਂ ਕੈਨੇਡਾ ਵਰਗੇ ਮੁਲਕ ਦਾ ਨਿੱਘ ਮਾਣ ਰਹੇ ਹਾਂ, ਪਰ ਇਹ ਸਭ ਕੁਝ ਆਪਣੇ ਮਾਪਿਆਂ ਦੀ ਮਿਹਨਤ ਸਦਕਾ ਹੀ ਸੰਭਵ ਹੋ ਪਾਇਆ, ਜੋ ਕਿ ਪਿਤਾ ਪੁਰਖੀ ਧੰਦੇ ਦੇ ਨਾਲ ਜੁੜੇ ਹੋਏ ਨੇ। ਚੱਕ ਦਿਆਂਗੇ ਤੇ ਗੋਡਾ ਰੱਖ ਦਿਆਂਗੇ ਇੱਕੀ ਦੁੱਕੀ ਚੱਕ ਦਿਆਂਗੇ ਤੇ ਗੋਡਾ ਰੱਖ ਦਿਆਂਗੇ ਇੱਕੀ ਦੁੱਕੀ ਚੱਕ ਦਿਆਂਗੇ ਤੇ ਗੋਡਾ ਰੱਖ ਦਿਆਂਗੇ ਸਾਰੇ ਗਿਆ ਪਾਲੋ ਸਾਰਿਆਂ ਨੂੰ ਬੇਨਤੀ ਹੈ ਆਪਾਂ ਸੜਕ ਤੇ ਚੱਲੋ ਤੁਸੀਂ ਸਾਰੇ ਹੁਣ ਇਕੱਠੇ ਨਾ ਹੋ। ਮੈਂ ਜ਼ਿੰਮੇਵਾਰ ਸੱਜਣਾ ਨੂੰ ਤੁਹਾਨੂੰ ਬੇਨਤੀ ਕਰਦਾ ਵੀਰ ਜੀ ਸਾਰੇ ਬੱਚਿਆਂ ਨੂੰ ਕਹੋ ਡਿਸਟੈਂਸ ਬਣਾ ਕੇ ਰੱਖਣ। ਸਰਦਾਰ ਬਲਜੀਤ ਸਿੰਘ ਢੇਸੀ ਨੂੰ ਬੇਨਤੀ ਹੈ Again guys, very humble request, if we can make sure we're doing social distancing, make sure everyone's masks are covering both their nose and their mouth. And please don't assemble here in more than groups of 10 along the sidewalks. If you guys want to stand there with your posters held high, let's keep this protest safe and proud, guys. Please, again, if you need hand sanitizer, if you need any masks, you have our full support. Come to the stage. We will provide it for you. We have ample sanitizer, ample masks. Please guys, let's keep this safe and let's make our city proud. ਤੁਹਾਨੂੰ ਪਤਾ ਪੰਜਾਬ ਵਿੱਚ ਕਿਸਾਨੀ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਬਜ਼ੁਰਗ ਆਪਣੇ ਕਿੰਨੇ ਉੱਚੇ ਅਹੁਦੇ ਤੇ ਮਿਲਟਰੀ ਤੇ ਰਿਟਾਇਰ ਹੋਏ ਨੇ, ਪਰ ਇਹਨਾਂ ਨੂੰ ਫੇਰ ਵੀ ਪੁਲਿਸ ਨੇ ਕੁੱਟਿਆ। ਆਪਣੇ ਬਜ਼ੁਰਗ ਦੀਆਂ ਦੋਵੇਂ ਬਾਹਾਂ ਨਹੀਂ, ਦੋਵੇਂ ਬਾਹਾਂ ਦੋਵੇਂ ਲੱਤਾਂ ਤੋਂ ਬਿਨਾਂ ਉੱਥੇ ਬਜ਼ੁਰਗ ਸੰਘਰਸ਼ ਕਰ ਰਹੇ ਨੇ। ਆਪਣੇ ਤੇ ਤਾਂ ਫੇਰ ਸੱਚੇ ਪਾਤਸ਼ਾਹ ਨੇ ਬਹੁਤ ਬਖਸ਼ਿਸ਼, ਬਹੁਤ ਮਿਹਰ, ਬਹੁਤ ਰਹਿਮਤ ਕੀਤੀ ਹੈ। ਆਪਾਂ ਇਹਨਾਂ ਦੇਸ਼ਾਂ ਵਿੱਚ ਆ ਕੇ ਆਪਾਂ ਇਹ ਜਿਹੜਾ ਸੰਘਰਸ਼ ਹੈ ਉਹਦੀ ਹਮਾਇਤ ਕਰ ਸਕਦੇ ਹਾਂ। ਇੱਥੋਂ ਦੇ ਬੱਚਿਆਂ ਦਾ ਰੋਮ ਰੇਣੀਆਂ, ਜਿਹੜੇ ਸਾਡੇ ਛੋਟੇ ਛੋਟੇ ਬੱਚੇ ਠੰਡ 'ਚ ਸਾਡੀਆਂ ਬੇਟੀਆਂ ਤੁਸੀਂ ਦੇਖ ਸਕਦੇ ਹੋ ਕਿਵੇਂ ਇਹਨਾਂ ਨੇ ਪ੍ਰੋਗਰਾਮ, ਕਿੰਨਾ ਸੋਹਣਾ ਪ੍ਰੋਗਰਾਮ ਲਿਖਿਆ ਤੇ ਪੂਰੇ ਜਾਬਤੇ 'ਚ ਰਹਿ ਕੇ ਜਿਹੜੀ ਹਿੰਦੁਸਤਾਨ ਦੀ ਜਾਵਰ ਸਰਕਾਰ ਹੈ, ਜ਼ਾਲਮ ਸਰਕਾਰ ਹੈ, ਜਿਨ੍ਹਾਂ ਨੇ ਕਿਸਾਨਾਂ ਨੂੰ ਖਤਮ ਕਰਨ ਦਾ ਤਹਈਆ ਕੀਤਾ ਹੋਇਆ ਹੈ। ਅੱਜ ਦੇਸ਼ ਵਿਦੇਸ਼ ਔਰ ਤੁਸੀਂ ਸਾਰੇ ਹੀ ਬੜੇ ਹੀ
ਧੰਨਵਾਦੀ ਹੋ ਕਿ ਜਿਹੜੇ ਆਪਣੇ ਭੈਣ ਭਰਾ ਪਿਛੋਕੜ ਤੇ ਆਪਣੀ ਹੋਂਦ ਨੂੰ ਬਚਾਉਣ ਨੂੰ ਅੱਜ ਸਾਰੇ ਦੇਸ਼ ਵਿਦੇਸ਼, ਚਾਹੇ ਉਹ ਇੰਗਲੈਂਡ, ਆਸਟ੍ਰੇਲੀਆ, ਜਰਮਨ, ਕੈਨੇਡਾ ਤੇ ਨਿਊਜ਼ੀਲੈਂਡ, ਹਰ ਕਿਤੇ ਅਸੀਂ ਇਕੱਤਰਿਤ ਹੋ ਰਹੇ ਨੇ। ਇਹ ਦੁੱਖ ਹੈ, ਅੱਜ ਇਹ ਦੁੱਖ ਦੀ ਘੜੀ, ਇਹ ਦੁੱਖ ਸਾਂਝਾ ਕਰਨਾ ਬਹੁਤ ਹੀ ਜ਼ਰੂਰੀ ਸੀਗਾ। ਤੇ ਇਹ ਦੱਸਣਾ ਜਿਹੜੀਆਂ ਕਿ ਇਹ ਗਾਂਧੀ ਦੇ 3 ਬਾਂਦਰਾਂ ਵਾਲੀ ਇਹ ਹਕੂਮਤ ਜਿਹੜੀ ਕਿ ਹੁਣ ਗੋਲੀ ਹੋ ਚੁੱਕੀ ਹੈ, ਵਕਤ ਦੇ ਨਾਲ ਗਾਂਧੀ ਦੇ ਬਾਂਦਰ ਦੇ ਮੁੱਖਾਂ ਦੇ ਉੱਤੋਂ ਇਹ ਚੱਲਦੀ ਹੈ। ਜਦੋਂ ਇਹਨਾਂ ਕੋਲ ਸਾਨੂੰ ਲੋੜ ਹੈ ਕਿ ਸਾਨੂੰ ਨਵੀਂ ਚੀਜ਼ ਦੱਸਣ, ਉਦੋਂ ਇਹ ਬੋਲੇ ਗੁੰਗੇ ਹੋ ਜਾਂਦੇ ਨੇ। ਜਦੋਂ ਇਹਨਾਂ ਕੋਲ ਸੁਣਨ ਨੂੰ ਕਹੀਏ ਤੇ ਇਹ ਬੋਲੇ ਹੋ ਜਾਂਦੇ ਹੈ, ਤੇ ਜਦੋਂ ਇਹਨਾਂ ਦੀ ਵਾਰੀ ਆਉਂਦੀ ਹੈ ਉਦੋਂ ਅੱਖਾਂ ਬੰਦ ਕਰਕੇ ਜੋ ਮਰਜ਼ੀ ਚਾਹੇ ਉਹ ਕਰਕੇ ਤਿੱਤਰ ਹੋ ਜਾਂਦੇ ਨੇ। ਇਹ ਗਾਂਧੀ ਦੇ 3 ਬਾਂਦਰਾਂ ਦੀ ਜਿਹੜੀ ਹਕੂਮਤ ਹੈ ਇਹ ਬੰਦ ਕਰਾਉਣੀ ਹੈ। ਇਹ ਬਾਂਦਰਵਾਦੀ ਤੇ ਬਾਂਦਰ ਟੋਪੀ ਪਾਏ ਜਿਹੜੇ ਇਹ ਟੋਪੀ ਧਾਰੀ ਕਹਿਣ ਆਪਣੇ ਆਪ ਨੂੰ, ਇਹਨਾਂ ਨੂੰ ਦੱਸਣਾ ਪਏਗਾ ਕਿ ਸਰਕਾਰੀ ਕੀ ਹੈ ਤੇ ਸਰਕਾਰੀ ਜਦ ਖੜੀ ਹੁੰਦੀ ਹੈ ਤੇ ਕੀ ਕਰ ਸਕਦੀ ਹੈ। ਅੱਜ ਦੀ ਆਵਾਮ ਦੇ ਵਿੱਚ ਇਹਨਾਂ ਨੇ ਹਰ ਪੱਖੋਂ ਸਾਨੂੰ ਥੱਲੇ ਦਿਖਾਉਣ ਲਈ ਸਾਡਾ ਪਹਿਲਾਂ ਹਰ ਜ਼ਮੀਨੀ ਹੱਦ ਤੇ ਟੋਟੇ ਕੀਤੇ। ਹਰ ਚੀਜ਼ ਦੇ ਵਿੱਚ ਇਹਨੇ ਆਊਟਸਟੇਟ ਨੂੰ ਪਰਮਿਸ਼ਨ ਦੇ ਕੇ ਪੰਜਾਬ ਦੇ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਨੁਕਸਾਨ ਕੀਤਾ। ਜਰਦੇ ਗਏ। ਅੱਜ ਹਿੰਦੁਸਤਾਨ ਦੀ ਆਜ਼ਾਦੀ ਤੋਂ ਬਾਅਦ ਜੇ ਕਿਸੇ ਨੇ ਕੁਝ ਜਰਿਆ ਹੈ ਤੇ ਉਹ ਪੰਜਾਬ ਦੀ ਹਕੂਮਤ ਤੇ ਪੰਜਾਬ ਨੇ ਜਰਿਆ ਹੈ, ਪਰ ਇੱਕ ਹੱਦ ਤੱਕ ਹੀ ਜਰਿਆ ਜਾਂਦਾ ਹੈ। ਉਹ ਜਰਨ ਦੀ ਸ਼ਮਤਾ, ਉਹ ਜਰਨ ਦੀ ਸ਼ਕਤੀ ਜਿਹੜੀ ਸਾਨੂੰ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਮਿਲੀ ਹੈ, ਉਹਦਾ ਇਹਨਾਂ ਨੇ ਬੜਾ ਹੀ ਦੁਰਉਪਯੋਗ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੇ ਅੱਜ ਉਸ ਹੀ ਜਰਨ ਦੀ ਸ਼ਮਤਾ ਨੂੰ ਲੈ ਕੇ ਸਿੱਖ, ਪੰਜਾਬੀ, ਕਿਸਾਨ ਸਾਰੇ ਹੀ ਖੜੇ ਦਿੱਲੀ ਦੇ ਚੌਕਾਂ ਤੇ ਆਪਣੀ ਕਹਿ ਦਈਏ ਕਿ ਸਹਿਣਸ਼ੀਲਤਾ ਦਾ ਐਗਜ਼ਾਮਪਲ ਦੇ ਰਹੇ ਨੇ। ਤੇ ਅਸੀਂ ਸਾਰੇ ਉਹਨਾਂ ਦਾ ਸਾਥ ਦੇਣ ਲਈ, ਉਹਨਾਂ ਦਾ ਪ੍ਰੋਤਸਾਹਨ ਕਰਨ ਲਈ ਨਾਲ ਖੜੇ ਹਾਂ। ਔਰ ਅੱਜ ਇਹ ਅਸੀਂ ਦੱਸ ਰਹੇ ਹਾਂ ਕਿ ਇਹ ਕਿੰਨਾ ਫਰਕ ਪਾ ਸਕਦਾ ਹੈ। ਤੇ ਮੈਂ ਤੁਹਾਡੇ ਸਾਰੇ ਇੱਥੇ ਪਹੁੰਚੇ ਹੋਏ ਤੇ ਜਿੰਨੇ ਵੀ ਵੀਰ ਭੈਣ ਭਰਾ ਬੱਚੇ ਆਪਣੇ ਸ਼ਮੂਲੀਅਤ ਪਾ ਰਹੇ ਨੇ ਇਸ ਚੀਜ਼ ਦੇ ਵਿੱਚ, ਬਹੁਤ ਧੰਨਵਾਦੀ ਹਾਂ। ਇੱਕ ਵਾਰ ਫਿਰ ਆਪੇ ਜਕਾਰੇ ਛੱਡੀਏ ਤੇ ਪਤਾ ਲੱਗੇ ਕਿਸਾਨ ਯੂਨੀਅਨ ਬੜੇ ਸਤਿਕਾਰ ਨਾਲ ਜਿੰਨੇ ਵੀ ਬੱਚੇ ਆਏ ਨੇ, ਆਪਣਾ ਫਰਜ਼ ਬਣਦਾ ਕਿ ਆਪਾਂ ਬਹੁਤ ਅਦਬ ਤੇ ਸਤਿਕਾਰ ਨਾਲ ਇੱਥੇ ਰਹੀਏ। ਕਿਸੇ ਨੇ ਕਾਰ ਦੀ ਰੇਸ ਨਹੀਂ ਦੇਣੀ, ਕਿਸੇ ਨੇ ਕੋਈ ਇਹੋ ਜਿਹਾ ਕੰਮ ਨਹੀਂ ਕਰਨਾ ਜਿਹਦੇ ਨਾਲ ਕੱਲ੍ਹ ਨੂੰ ਆਪਣੇ ਭਾਈਚਾਰੇ ਤੇ ਕੋਈ ਉਂਗਲ ਆ ਸਕੇ। ਤੁਸੀਂ ਤਾਂ ਬਹੁਤ ਸਾਡੇ ਲਾਡਲੇ ਬੱਚੇ ਹੋ, ਬਹੁਤ ਸਮਝਦਾਰ, ਤੁਹਾਡੇ ਮਾਂ-ਬਾਪ ਨੇ ਤੁਹਾਨੂੰ ਜ਼ਿੰਮੇਵਾਰੀ ਪਾ ਕੇ ਇੱਥੇ ਭੇਜਿਆ। ਤੁਸੀਂ ਸਾਡਾ ਭਵਿੱਖ ਹੋ। ਇਹ ਜਿਹੜੀ ਸਾਡੇ ਬੱਚੇ ਖੜੇ ਨੇ ਇਹ ਸਾਡਾ ਭਾਈਚਾਰਾ, ਇਹ ਸਾਡੇ ਬੱਚੇ ਸਾਡਾ ਭਵਿੱਖ ਨੇ, ਸਾਡੀ ਕੌਮ ਦਾ ਭਵਿੱਖ ਨੇ। ਇਹਨਾਂ ਨੇ ਸਾਡਾ ਨਾਮ ਰੋਸ਼ਨ ਕਰਨਾ ਕੱਲ੍ਹ ਦੁਨੀਆ ਵਿੱਚ। ਇਹ ਸਾਡੀ ਕੌਮ ਦੇ ਚਮਕਦੇ ਸਿਤਾਰੇ ਨੇ। ਸੋ ਕੋਈ ਵੀ ਆਪਾਂ ਬਹੁਤ ਬਚਾ ਕੇ ਰਹਿਣਾ। ਤੁਹਾਨੂੰ ਕੋਈ ਜੇ ਕੋਈ ਗਲਤ ਵੀ ਬੋਲਦਾ ਹੈ, ਕੋਈ ਕੁਛ ਕਹਿੰਦਾ ਹੈ, ਕੋਈ ਹੌਰਨ ਮਾਰ ਕੇ ਜਾਂਦਾ ਬੜੇ ਸਤਿਕਾਰ ਨਾਲ, ਈਵਨ ਕਿ ਤੁਹਾਨੂੰ ਜੇ ਕੋਈ ਫਿੰਗਰ ਵੀ ਸ਼ੋਅ ਕਰਕੇ ਜਾਂਦਾ ਤਾਂ ਉਹਦਾ ਵਾਪਸ ਆਪਾਂ ਕੋਈ ਉੱਤਰ ਨਹੀਂ ਦੇਣਾ, ਹੱਥ ਜੋੜਨੇ ਨੇ। ਬੜੇ ਅਦਬ ਤੇ ਸਤਿਕਾਰ ਨਾਲ ਆਪਾਂ ਜਿਹੜਾ ਇਹ ਸਾਰਾ ਪ੍ਰੋਗਰਾਮ ਹੈ ਅੱਜ ਇਹ ਸਾਰੇ ਦਿਨ ਦਾ ਚਲਾਉਣਾ। ਮਜ਼ਦੂਰ ਏਕਤਾ, ਸਾਡੇ ਹੱਕ, ਸਾਡੇ ਹੱਕ, ਸਾਡੇ ਹੱਕ ਬੋਲੇ ਤੁਹਾਡਾ ਸਾਰਿਆਂ ਦਾ ਜਿਹੜਾ ਤੁਸੀਂ ਇੰਨੇ ਚੰਗੇ ਤਰੀਕੇ ਨਾਲ ਆਪਣੀਆਂ ਤਾਰਾਂ ਤੇ ਇੰਨੇ ਨੇ ਵਧੀਆ ਸਪੀਕਰ ਪੋਸਟਰ ਲਾ ਕੇ ਆਏ ਹੋ। ਜਿਹੜੀ ਹਿੰਦੁਸਤਾਨ ਦੀ ਜ਼ਾਲਮ ਤੇ ਜਾਬਰ ਸਰਕਾਰ ਹੈ, ਜਿਹੜੀ ਸਾਡਾ ਪੰਜਾਬ ਦੀ ਤੇ ਹਿੰਦੁਸਤਾਨ ਦੀ ਰੀੜ੍ਹ ਦੀ ਹੱਡੀ ਕਿਸਾਨੀ ਨੂੰ ਬਰਬਾਦ ਕਰਨ ਤੇ ਤੁਲੀ ਹੋਈ ਹੈ, ਉਹਨੂੰ ਤੁਸੀਂ ਉਹਦਾ ਮੂੰਹ ਤੋੜਨਾ ਜਵਾਬ ਦੇਣ ਲਈ ਆਏ ਹੋ। ਤੁਹਾਡਾ ਸਾਰਿਆਂ ਦਾ ਧੰਨਵਾਦ। ਸਮੁੱਚੇ ਸੰਸਾਰ ਵਿੱਚ
ਪੰਜਾਬ ਪ੍ਰੇਮੀ ਲੋਕ ਦੇਖੋ ਤੁਹਾਡਾ ਕਿੰਨਾ ਹੌਸਲਾ ਅਫਜ਼ਾਈ ਕਰਦੇ ਨੇ, ਹੌਰਨ ਮਾਰ ਤੁਹਾਨੂੰ ਐਪਰੀਸ਼ੀਏਟ ਕਰਕੇ ਜਾ ਰਹੇ ਨੇ। ਤੇ ਸਾਡੇ ਬੱਚਿਆਂ ਦਾ ਛੋਟੀਆਂ ਬੇਟੀਆਂ ਦਾ ਰੀਅਲੀ ਥੈਂਕ। ਤੇ ਸਾਡੇ ਬੱਚਿਆਂ ਨੇ ਜਿਹੜਾ ਐਡਾ ਵੱਡਾ ਪ੍ਰੋਗਰਾਮ ਲਿਖਿਆ, ਉਰੇ ਦੇ ਬੌਰਨ ਬੱਚਿਆਂ ਨੇ, ਇਹਨਾਂ ਨੂੰ ਵੀ ਚਾਹੇ ਇਹ ਪੰਜਾਬ ਘਟ ਗਏ ਨੇ ਪਰ ਇਹਨਾਂ ਨੂੰ ਪੰਜਾਬ ਦਾ ਦਰਦ ਸਾਡੇ ਨਾਲੋਂ ਵੀ ਵੱਧ ਹੈ ਇਹਨਾਂ ਦੇ ਮਨਾਂ 'ਚ। ਇਹ ਬੱਚਿਆਂ ਨੇ, ਕੋਈ ਡਾਕਟਰ ਹੈ, ਕੋਈ ਇੰਜੀਨੀਅਰ ਹੈ, ਪਰ ਫਿਰ ਵੀ ਇਹਨਾਂ ਦਾ ਦਿਲ ਆ ਜਿਹੜਾ ਪੰਜਾਬ 'ਚ ਧੜਕਦਾ। ਤੇ ਇਹਨਾਂ ਨੇ ਸਮੁੱਚੇ ਸੰਸਾਰ, ਇੱਥੇ ਹੀ ਨਹੀਂ ਐਡਮਿੰਟਨ ਵਿੱਚ ਵੀ ਨਹੀਂ, ਸਮੁੱਚੇ ਸੰਸਾਰ 'ਚ ਤੁਸੀਂ ਦੇਖੋ ਐਡਮਿੰਟਨ 'ਚ ਕੜਕਦੀ ਠੰਡ ਵਿੱਚ ਸਾਡੀਆਂ ਬੱਚੀਆਂ ਹੱਥਾਂ 'ਚ ਮਾਟੋ ਲਈ ਤੇ ਧਰਨੇ ਇਸ ਰੋਸ ਮੁਜ਼ਾਹਰੇ 'ਚ ਸ਼ਮੂਲੀਅਤ ਹੋ ਰਹੀਆਂ ਨੇ। ਇਹਨਾਂ ਦਾ ਸਮੁੱਚੀ ਕੌਮ ਦਿਲ ਦੀਆਂ ਗਹਿਰਾਈਆਂ 'ਚੋਂ ਇਹਨਾਂ ਦਾ ਧੰਨਵਾਦ ਕਰਦੀ ਹੈ। ਸਾਡੇ ਬੱਚਿਆਂ ਦਾ ਅਸੀਂ ਆਪਣੇ ਆਪ ਨੂੰ ਬਹੁਤ ਮਾਣ ਮਹਿਸੂਸ ਕਰਦੇ ਹਾਂ ਕਿ ਸਾਡੇ ਬੱਚੇ ਸਾਡਾ ਦੁੱਖ ਸਮਝਦੇ ਨੇ। ਤੇ ਆਪਣੀ ਜਿਹੜੀ ਸਾਡੀ ਨਵੀਂ ਪੀੜ੍ਹੀ ਹੈ, ਜਿਹੜੀ ਸਾਡੀ ਤੀਜੀ ਪੀੜ੍ਹੀ ਹੈ ਵਿਦੇਸ਼ 'ਚ ਆਈ ਹੋਈ, ਕਿਉਂਕਿ ਆਮ ਤੌਰ 'ਤੇ ਕਹਿੰਦੇ ਨੇ ਪਹਿਲੀ ਤੇ ਦੂਜੀ ਪੀੜ੍ਹੀ ਨੂੰ ਤੁਸੀਂ ਸਮਝ ਸਕਦੇ ਹੋ, ਤੀਜੀ ਪੀੜ੍ਹੀ ਸਾਡੇ ਹੱਥ ਨਹੀਂ, ਪਰ ਸਾਡੀ ਤੀਜੀ ਪੀੜ੍ਹੀ ਕਿਵੇਂ ਪੰਜਾਬ ਨਾਲ ਜੁੜੀ ਹੋਈ ਹੈ, ਆਪਣੇ ਧਰਮ ਨਾਲ, ਆਪਣੇ ਸੱਭਿਆਚਾਰ ਨਾਲ, ਆਪਣੇ ਸਮਾਜ ਨਾਲ ਜੁੜੀ ਹੋਈ ਹੈ। ਉਹਦੀ ਜੇ ਤੁਸੀਂ ਉਦਾਹਰਨ ਦੇਖਣੀ ਚਾਹੁੰਦੇ ਹੋ ਤਾਂ ਇੱਥੇ ਦੇਖ ਸਕਦੇ ਹੋ। ਤੁਸੀਂ ਦੇਖੋ ਜਿੰਨੇ ਵੀ ਬੱਚੇ ਆਏ ਨੇ, ਜਿੰਨੇ ਵੀ ਸਾਰੇ ਬੱਚੇ ਆਏ ਨੇ, ਸਾਰੇ 24-25 ਸਾਲ 20-22 ਸਾਲ ਦੇ ਬੱਚੇ ਨੇ। ਤੇ ਬਜ਼ੁਰਗ ਵੀ ਉਹਨਾਂ ਨੂੰ ਅਸ਼ੀਰਵਾਦ ਦੇਣ ਆਏ ਨੇ। ਇੰਨੀ ਕੜਾਕੇ ਦੀ ਠੰਡ 'ਚ ਜਿਹੜੇ ਸਾਡੇ ਬਾਪੂ ਇੱਥੇ ਸੜਕਾਂ 'ਤੇ ਪੋਸਟਰ ਫੜੀ ਖੜੇ ਨੇ, ਉਹਨਾਂ ਦਾ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ। ਸਾਡੇ ਬਜ਼ੁਰਗ ਜਿਹੜੇ ਬੱਚਿਆਂ ਨੂੰ ਅਸ਼ੀਰਵਾਦ ਦੇਣ ਵਿਸ਼ੇਸ਼ ਤੌਰ 'ਤੇ ਇੱਥੇ ਆਏ ਨੇ, ਉਹਨਾਂ ਦਾ ਵੀ ਅਸੀਂ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਕਰਦੇ ਹਾਂ। ਪਟਿਆਲੇ ਦੀ ਸੰਗਤ ਪਹੁੰਚੀ ਆ, ਬਹੁਤ ਧੰਨਵਾਦ। ਮੇਰਾ ਛੋਟਾ ਵੀਰ ਪਹੁੰਚਿਆ ਤੇ ਬਹੁਤ ਹੀ ਧੰਨਵਾਦ ਜਿਹੜੇ ਆਗੂ ਇੱਥੇ ਤੇ ਨੌਜਵਾਨਾਂ ਦੇ ਲੀਡਰ ਇੱਥੇ ਪਹੁੰਚੇ ਨੇ। ਤੁਸੀਂ ਕਮਾਲ ਦੀ ਗੱਲ ਦੇਖੋ, ਸਾਡਾ ਵੈਸੇ ਸਟੇਜ ਤੇ ਬੋਲਣ ਵਿੱਚ ਪਿੱਛੇ ਸਟੇਜ ਤੇ ਬੋਲਣ ਲਈ ਤੁਸੀਂ ਦੇਖਿਆ ਬੁਲਾਰਿਆਂ 'ਚ ਕਿਵੇਂ ਆਪਸ 'ਚ ਉਹ ਹੁੰਦਾ, ਪਰ ਸਾਡੇ ਬੱਚੇ ਇੰਨੇ ਵਧੀਆ ਤਰੀਕੇ ਨਾਲ ਉਹ ਕਿਵੇਂ ਅਸੀਂ ਸਮਾਗਮ ਚਲਾਉਂਦੇ ਹਾਂ ਤੇ ਜਿਹੜੀ ਜਾਣਕਾਰੀ ਹੈ ਤੁਸੀਂ ਸਾਂਝੀ ਕਰੋ, ਕਿਉਂਕਿ ਇਹਨਾਂ ਨੂੰ ਤਜਰਬਾ, ਇਹਨਾਂ ਨੇ ਦੇਖਿਆ, ਇਹਨਾਂ ਨੂੰ ਉਰੇ ਦੇ ਦੇਖੋ ਟ੍ਰੈਫਿਕ ਵਿੱਚ 1% ਵੀ ਵਿਘਨ ਨਹੀਂ ਪਾ ਰਹੇ। ਬਿਲਕੁਲ ਬਹੁਤ ਸੱਜੇ ਤਰੀਕੇ ਨਾਲ ਜਿਹੜਾ ਸਾਰਾ ਸਮਾਗਮ ਹੈ ਚੱਲ ਰਿਹਾ। ਇਹ ਹਿੰਦੁਸਤਾਨ ਦੀ ਗੂੰਗੀ ਤੇ ਬੋਲੀ ਸਰਕਾਰ ਨੂੰ, BJP ਦੀ ਸਰਕਾਰ ਹੈ ਜਿਹੜੀ, ਉਹਨੂੰ ਇਹ ਸਮਝ ਲੈਣਾ ਚਾਹੀਦਾ ਕਿ ਪੰਜਾਬ ਉੱਠਿਆ, ਸਮੁੱਚਾ ਹਿੰਦੁਸਤਾਨ ਹਰ ਵਰਗ ਇਹਨਾਂ ਨੇ ਕੁੱਟਿਆ ਮਾਰਿਆ, ਪਰ ਪੰਜਾਬ ਜਿਹੜਾ ਗੁਰਾਂ ਦੇ ਨਾਂ 'ਤੇ ਦੱਸਦਾ, ਜਿਹਦੇ ਕਣ 'ਚ ਗੁਰੂ ਸਾਹਿਬ ਦੀ ਅਸ਼ੀਰਵਾਦ ਹੈ, ਗੁਰੂ ਸਾਹਿਬ ਚੜ੍ਹਤ ਬਖਸ਼ਦੇ ਨੇ ਹਰ ਇੱਕ ਨੂੰ, ਪੰਜਾਬ ਵਾਸੀ ਨੂੰ। ਉਹਨੂੰ ਨਹੀਂ ਕੁੱਟ ਸਕਿਆ, ਉਹਨੂੰ ਨਾ ਕੋਈ ਮਾਰ ਸਕਿਆ, ਨਾ ਕੋਈ ਉਹਨੂੰ ਉਜਾੜ ਸਕਿਆ। ਪੰਜਾਬ ਨੂੰ ਉਜਾੜਨਾ ਏ ਆਪੇ ਹੀ ਉੱਜੜ ਕੇ। ਰਾਜ ਖਾਕੜੇ ਵੀਰ ਦਾ ਗੀਤ ਤੁਸੀਂ ਸੁਣਿਆ, ਪੰਜਾਬ ਉਜਾੜਨ ਵਾਲੇ ਖੁਦ ਹੀ ਉੱਜੜ ਗਏ। ਤੇ ਸਾਰਿਆਂ ਦਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਤੇ ਮੁੱਖ ਵਜ਼ੀਰ ਸਾਡੇ 'ਚ ਪਹੁੰਚ ਚੁੱਕੇ ਨੇ। ਇਹਨਾਂ ਸਾਰੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਤੁਸੀਂ ਦੇਖ ਸਕਦੇ ਹੋ ਸਟੇਜ ਦੇ ਸਾਹਮਣੇ ਵਿਰਾਜਮਾਨ ਹੈ। ਤੇ ਹਮੇਸ਼ਾ ਹੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਜਿਹੜੇ ਅਹੁਦੇਦਾਰ ਸਾਹਿਬਾਨ ਨੇ, ਮੈਂਬਰ ਸਾਹਿਬਾਨ ਨੇ, ਇਹ ਸਾਨੂੰ ਜਿੱਥੇ ਵੀ ਅਸੀਂ ਬੁਲਾਈਏ ਇਹ ਸਾਨੂੰ ਆਪਣੇ ਆਪ ਅਸ਼ੀਰਵਾਦ ਦੇਣ ਜ਼ਰੂਰ ਆਉਂਦੇ ਨੇ। ਮੈਂ ਬੇਨਤੀ ਕਰਦਾ ਬਰਾੜ ਸਾਹਿਬ ਨੂੰ, ਚੰਦ ਬਾਬਾ ਹਰਵੰਤ ਸਿੰਘ ਜੀ ਜਿਹੜੇ ਮੁੱਖ ਵਜ਼ੀਰ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ, ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਹਾਜ਼ਰੀ ਲਵਾਉਣ ਆ ਕੇ, ਕਿਉਂਕਿ ਇਹਨਾਂ ਨੂੰ ਇਹ ਜਵਾਨੀ ਇਹਨਾਂ ਨੇ ਜਿਹੜੀ ਸਾਰੀ ਉੱਥੇ ਸੰਘਰਸ਼ ਦੇ ਲੇਖੇ ਲਾਈ ਆ। ਇਹਨਾਂ ਨੂੰ ਬੇਨਤੀ ਕਰਦਾ ਇਹ ਆਪਣੇ ਬੱਚਿਆਂ ਨੂੰ ਅਸ਼ੀਰਵਾਦ ਦੇ ਤੇ ਸਿਹਤ ਦੇ। ਆਈਆਂ ਸੰਗਤਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਪ ਸਾਰਿਆਂ ਨੂੰ ਇਹ ਚੰਗੀ ਤਰ੍ਹਾਂ ਵਿਦਿਤ ਹੈ ਕਿ ਜਿਸ ਤਰ੍ਹਾਂ ਉਹ ਕਿਰਤੀ ਲੋਕ ਜਿਨ੍ਹਾਂ ਨੇ ਖੂਨ ਤੇ ਪਸੀਨੇ ਦੀ ਕਮਾਈ ਇੱਕ ਕਰਕੇ ਆਪਣੀਆਂ ਜ਼ਮੀਨ ਜਾਇਦਾਦਾਂ ਬਣਾਈਆਂ, ਅੱਜ ਉਹਨੂੰ ਕੁਝ ਵਪਾਰੀ ਲੋਕ ਆ ਜਿਹੜੇ ਉਹ ਆਪਣੀ ਸੋਚ, ਆਪਣੀ ਬਿਰਤੀ ਦੇ ਮੁਤਾਬਕ ਹੜੱਪਣ ਦਾ ਯਤਨ ਕਰ ਰਹੇ ਹਨ। ਪਰ ਦੇਸ਼ ਦੇ ਜਿਹੜੇ ਲੋਕ ਹਨ ਉਹ ਬੜੇ ਅਣਖੀਲੇ ਹਨ, ਉਹ ਗੈਰਤਮੰਦ ਹਨ। ਉਹ ਆਪਣੇ ਹੱਕਾਂ 'ਤੇ ਇਹ ਜਿਹੜਾ ਡਾਕਾ ਹੈ ਉਹ ਕਦੇ ਨਹੀਂ ਪੈਣ ਦੇਣਗੇ।
ਸਾਡਾ ਜਿਹੜਾ ਵਿਰਸਾ ਹੈ, ਜਿਹੜੀ ਸਾਡੀ ਵਿਰਾਸਤ ਹੈ, ਉਹ ਬੜੀ ਅਮੀਰ ਹੈ। ਅਸੀਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੇ ਚਲਾਏ ਹੋਏ ਨਿਰਮਲ ਪੰਥ ਦੇ ਵਾਰਸ ਹਾਂ। ਔਰ ਇਹ ਜਿਹੜੀਆਂ ਜ਼ਮੀਨਾਂ ਨੇ, ਇਹ ਸਾਨੂੰ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਉਹਨੇ ਇਹਨਾਂ ਦਾ ਵਾਰਸ ਬਣਾਇਆ ਹੈ। ਔਰ ਦੇਸ਼ ਦੇ ਲੋਕਾਂ ਨੇ ਕਿਰਤ ਕਰਕੇ, ਮਿਹਨਤਕਸ਼ ਲੋਕਾਂ ਨੇ ਮਿਹਨਤ ਕਰਕੇ ਇਹ ਜ਼ਮੀਨਾਂ ਜਾਇਦਾਦਾਂ ਹਾਸਲ ਕੀਤੀਆਂ ਹਨ। ਪਰ ਮੈਨੂੰ ਹੈਰਾਨਗੀ ਹੁੰਦੀ ਹੈ, ਮੈਂ ਜਦੋਂ ਰੋਜ਼ ਉਹਨਾਂ ਲੋਕਾਂ ਦੇ ਹਾਲਾਤ ਵੇਖਦਾ ਹਾਂ ਜਿਨ੍ਹਾਂ ਲੋਕਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ 93% ਕੁਰਬਾਨੀਆਂ ਕੀਤੀਆਂ, ਆਪਣੀਆਂ ਜਾਨਾਂ ਨਿਸ਼ਾਵਰ ਕੀਤੀਆਂ। ਅੱਜ ਉਹ ਜਿਹੜੇ ਲੋਕ ਨੇ ਉਹ ਭਿਖਾਰੀ ਬਣ ਕੇ ਦਿੱਲੀ ਦੀ ਜਿਹੜੀ ਸੈਂਟਰ ਸਰਕਾਰ ਹੈ ਉਹ ਤੋਂ ਕੁਝ ਮੰਗਦੇ ਨੇ। ਇਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਜੇ ਇਹ ਮਿਹਨਤਕਸ਼ ਲੋਕ ਨਾ ਹੁੰਦੇ ਤਾਂ ਆ ਕਦੇ ਵੀ ਜਿਹੜੇ ਰਾਜ ਭਾਗ ਦੇ ਮਾਲਕ ਇਹਨਾਂ ਦੇ ਲੋਕਾਂ ਨੇ ਨਹੀਂ ਹੋਣਾ ਸੀ। ਜਿਸ ਤਰ੍ਹਾਂ ਅਸੀਂ ਇਤਿਹਾਸ ਪੜ੍ਹਦੇ ਹਾਂ, ਜਦੋਂ ਕੋਈ ਹਮਲਾਵਰ ਆਉਂਦਾ ਸੀ ਅਸੀਂ ਉਹਨਾਂ ਦਾ ਮੁਕਾਬਲਾ ਕਰਦੇ ਸੀ। ਇਹਨਾਂ ਲੋਕਾਂ ਦੀਆਂ ਬਹੂ ਬੇਟੀਆਂ ਜਿਹੜੀਆਂ ਸਨ, ਉਹ ਭਾਰਤ ਵਰਸ਼ ਦੇ ਲੋਕ ਆਪਣੀ ਅਣਖ ਤੇ ਗੈਰਤ ਨਾਲ ਉਹਨਾਂ ਨੂੰ ਬਚਾਉਂਦੇ ਸਨ। ਪਰ ਅੱਜ ਇਹ ਜਿਹੜੇ ਲੋਕ ਨੇ ਉਹ ਅਹਿਸਾਨ ਫਰਾਮੋਸ਼ ਹੋ ਗਏ ਨੇ, ਉਹ ਕਿਰਤਕਣ ਹੋ ਗਏ ਨੇ, ਉਹ ਇਸ ਕੌਮ ਦੇ ਇਤਿਹਾਸ ਨੂੰ ਭੁੱਲ ਗਏ ਹਨ। ਇਸ ਕਰਕੇ ਇਹਨਾਂ ਨੂੰ ਆਪਣੇ ਹਿਰਦੇ ਦੇ ਵਿੱਚ ਜਿਹੜਾ ਭੁਲੇਖਾ ਹੈ ਇਹ ਕੱਢ ਦੇਣਾ ਚਾਹੀਦਾ। ਇਹ ਉਹ ਕੌਮ ਹੈ ਜਿਸ ਤਰ੍ਹਾਂ ਅਸੀਂ ਗੇਂਦ ਨੂੰ ਥੱਲੇ ਮਾਰੀਓ ਜ਼ਿਆਦਾ ਵੜਕਦੀ ਹੈ। ਜਿਹੜਾ ਇਹਨੂੰ ਜ਼ਿਆਦਾ ਦਬਾਉਣ ਦਾ ਯਤਨ ਕਰਦਾ ਹੈ ਇਹ ਉਨੇ ਜ਼ਿਆਦਾ ਪ੍ਰਫੁੱਲਤ ਹੁੰਦੇ ਹਨ। ਅਸੀਂ ਜਦੋਂ ਇਤਿਹਾਸ ਪੜ੍ਹਦੇ ਹਾਂ ਮੀਰ ਮਨੂ ਦਾ, ਉਹਨੇ ਤਹਈਆ ਕੀਤਾ ਇਸ ਕੌਮ ਨੂੰ ਖਤਮ ਕਰਨ ਦਾ, ਪਰ ਅੱਜ ਇਤਿਹਾਸ ਦੇ ਵਿੱਚ ਉਹ ਬੋਲ ਹੈ ਜਿਹੜੇ ਉਕਰੇ ਹੋਏ ਹਨ। ਮਨੂ ਸਾਡੀ ਦਾਤਰੀ, ਅਸੀਂ ਮਨੂ ਦੇ ਸੋਏ, ਸਾਨੂੰ ਜਿਉਂ-ਜਿਉਂ ਮਨੂ ਵੱਢਦਾ, ਅਸੀਂ ਦੂਣ ਸਵਾਣੇ ਹੋਏ। ਅਸੀਂ ਉਹ ਲੋਕ ਹਾਂ, ਅਣਖ ਤੇ ਗੈਰਤ ਨਾਲ ਸਾਨੂੰ ਸਾਡੇ ਵੱਡੇ ਵਡੇਰਿਆਂ ਨੇ ਜਿਉਣਾ ਸਿਖਾਇਆ। ਅਸੀਂ ਕੁਰਬਾਨੀਆਂ ਦਿੱਤੀਆਂ ਨੇ ਔਰ ਦੇਸ਼ ਦੀ ਆਜ਼ਾਦੀ ਦੇ ਵਿੱਚ ਸਭ ਤੋਂ ਵੱਧ ਹਿੱਸਾ ਪਾਇਆ। ਜਿਹੜੇ ਲੋਕਾਂ ਦੇ ਇਸ ਤਰ੍ਹਾਂ ਦੇ ਗਲਤ ਮਨਸੂਬੇ ਹਨ ਉਹ ਕਦੇ ਵੀ ਕਾਮਯਾਬ ਹੋਣ ਨਹੀਂ ਦਿੱਤੇ ਜਾਣਗੇ। ਮੈਂ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਦਾ ਹਾਂ, ਗੁਰੂ ਰਹਿਮਤ ਕਰੇ, ਉਹਨਾਂ ਮਿਹਨਤਕਸ਼ ਲੋਕਾਂ ਨੂੰ ਸਫਲਤਾ ਬਖਸ਼ਿਸ਼ ਕਰੇ। ਤੁਹਾਡੇ ਹਿਰਦੇ ਵਿੱਚ ਜਿਹੜੀ ਅਣਖ ਹੈ, ਜਿਹੜੀ ਗੈਰਤ ਹੈ, ਕਿਉਂਕਿ ਸਾਡੇ ਉਸ ਦੇਸ਼ ਦਾ ਸਾਡੀਆਂ ਰਗਾਂ ਰਗਾਂ ਦੇ ਵਿੱਚ ਖੂਨ ਹੈ, ਉਹ ਸਾਡੇ ਅੰਦਰ ਚੱਲਦਾ ਹੈ। ਅਸੀਂ ਜਿੱਥੇ ਮਰਜ਼ੀ ਰਹੀਏ, ਸਾਡੇ ਅੰਦਰੋਂ ਜਿਹੜਾ ਅਣਖ ਤੇ ਗੈਰਤ ਵਾਲਾ ਖੂਨ ਹੈ ਉਹ ਕਦੀ ਖਤਮ ਨਹੀਂ ਹੋ ਸਕਦਾ। ਮੈਂ ਬਹੁਤਾ ਸਮਾਂ ਨਾ ਲੈਂਦਾ ਹੋਇਆ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਉੱਥੋਂ ਦੀ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ, ਮੁੱਖ ਸੇਵਾਦਾਰ ਸਮੂਹ, ਉਹਨਾਂ ਦੀ ਸਮੁੱਚੀ ਟੀਮ ਵੱਲੋਂ ਇਹ ਭਰੋਸਾ ਦਿਵਾਉਂਦਾ ਹਾਂ, ਕਿਸੇ ਤਰ੍ਹਾਂ ਦਾ ਕੋਈ ਪ੍ਰੋਗਰਾਮ ਤੁਸੀਂ ਉਲੀਕੋਗੇ, ਅਸੀਂ ਸਾਰੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਕਮੇਟੀ, ਉੱਥੋਂ ਦੇ ਸੇਵਾਦਾਰ ਤਨ ਕਰਕੇ, ਮਨ ਕਰਕੇ, ਤਨ ਕਰਕੇ ਤੁਹਾਡੇ ਨਾਲ ਹਾਂ। ਗੁਰੂ ਰਹਿਮਤ ਕਰੇ, ਆਪ ਸਾਰਿਆਂ ਨੂੰ ਬਲ ਬਖਸ਼ਿਸ਼ ਕਰੇ। ਅਸੀਂ ਇਸੇ ਤਰ੍ਹਾਂ ਹੀ ਜਦੋਂ ਕੋਈ ਸਾਡੇ ਹੱਕਾਂ ਤੇ ਡਾਕਾ ਮਾਰੇ, ਅਸੀਂ ਆਪਣੀ ਅਣਖ ਤੇ ਗੈਰ ਦਾ ਸਬੂਤ ਦਿੰਦੇ ਹੋਈਏ ਇਕੱਤਰ ਹੋਈਏ। ਇਹ ਸਾਡੀ ਕੌਮ ਦੇ ਵਿੱਚ ਇਹ ਵਿਸ਼ੇਸ਼ਤਾ ਹੈ। ਭਾਵੇਂ ਅਸੀਂ ਆਪਸ ਵਿੱਚ ਕਿਵੇਂ ਰਹੀਏ, ਜਦੋਂ ਕੋਈ ਸਾਡਾ ਜਰਮਾਨਾ ਸਾਡੇ ਤੇ ਆ ਕੇ ਹਮਲਾ ਕਰਦਾ ਹੈ, ਸਾਨੂੰ ਵੱਖ ਕਰਨ ਦਾ ਯਤਨ ਕਰਦਾ ਹੈ, ਅਸੀਂ ਵੇਖਦੇ ਹਾਂ ਸਿੱਖ ਮਿਸਲਾਂ 75 ਜਥੇ ਬਣ ਗਏ ਸਨ, ਪਰ ਜਦੋਂ ਪੰਥ ਦੀ ਇੱਜ਼ਤ ਆਬਰੂ ਨੂੰ ਖਤਰਾ ਹੁੰਦਾ ਸੀ ਉਹ ਸਾਰੀਆਂ ਮਿਸਲਾਂ ਇਕੱਠੀਆਂ ਹੋ ਗਈਆਂ, ਦਲ ਖਾਲਸਾ ਬਣ ਗਿਆ। ਅੱਜ ਮੈਨੂੰ ਇਹ ਵੀ ਗੱਲ ਮੈਂ ਸੋਚਦਾ ਕਿ ਉੱਥੋਂ ਦੀ ਜਿਹੜੀ ਭਾਰਤ ਸਰਕਾਰ ਹੈ ਉਹਨੂੰ ਇਹ ਵੀ ਚੁੱਭਦੀ ਹੈ। ਉਹਨਾਂ ਦੀ ਕੋਸ਼ਿਸ਼ ਸੀ ਡਿਵਾਈਡ ਐਂਡ ਰੂਲ, ਪਾੜੋ ਤੇ ਰਾਜ ਕਰੋ, ਇਹਨਾਂ ਨੂੰ ਇਕੱਠੇ ਨਾ ਹੋਣ ਦਿਓ। ਪਰ ਸਾਡੀ ਖੁਸ਼ਕਿਸਮਤੀ ਹੈ, ਮੈਂ ਵੇਖਦਾ ਉੱਥੇ ਹਿੰਦੂ ਉਹ ਵੀ ਸਿੱਖਾਂ ਦੇ ਨਾਲ ਮੋਢਾ ਲਾ ਕੇ ਖੜੇ ਆ। ਉੱਥੇ ਮੇਰੇ ਮੁਸਲਮਾਨ ਭਰਾ ਨੇ ਜਿਹੜੇ ਉਹ ਵੀ ਲੰਗਰ ਲਾਈ ਬੈਠੇ ਆ। 6 ਮਹੀਨੇ ਦਾ ਜਿਹੜਾ ਰਾਸ਼ਨ ਹੈ ਉਹਨਾਂ ਨੇ ਜਮ੍ਹਾਂ ਕਰਕੇ ਰੱਖਿਆ। ਔਰ ਸਾਰੀਆਂ ਸਟੇਟਾਂ ਦੇ ਜਿਹੜੇ ਕਿਸਾਨ ਹੈ, ਮਿਹਨਤਕਸ਼ ਲੋਕ ਹੈ, ਉਹ ਇਕੱਤਰ ਹੋ ਗਏ। ਇਹ ਜਿਹੜੀ ਸਰਕਾਰ ਹੈ, ਦਿੱਲੀ ਦੀ ਹਕੂਮਤ ਹੈ, ਉਹਨੂੰ ਇਹ ਗੱਲ ਚੰਗੀ ਨਹੀਂ ਲੱਗਦੀ, ਉਹਨੂੰ ਪਾਉਂਦੀ ਨਹੀਂ, ਉਹ ਨਹੀਂ ਚਾਹੁੰਦੇ ਇਕੱਠੇ ਹੋ ਜਾਣ ਤੇ ਸਾਡੀ ਧੌਣ ਤੇ ਆ ਕੇ ਗੋਡਾ ਰੱਖਣ। ਇਸ ਕਰਕੇ ਤੁਸੀਂ ਜਿਹੜਾ ਏਕਤਾ ਦਾ ਸਬੂਤ ਦਿੱਤਾ ਹੈ, ਸਲਾਮ ਹੈ ਤੁਹਾਡੇ ਜਜ਼ਬੇ ਨੂੰ। ਗੁਰੂ ਰਹਿਮਤ ਕਰੇ, ਇਸੇ ਤਰ੍ਹਾਂ ਅਣਖ ਤੇ ਗੈਰਤ ਨਾਲ ਅਸੀਂ ਜੀਵੀਏ। ਸਾਡਾ ਜਿਹੜਾ ਵਿਰਸਾ, ਸਾਡਾ ਜਿਹੜਾ ਇਤਿਹਾਸ ਹੈ ਉਹ ਕਿਸੇ ਕੌਮ ਕੋਲੇ ਨਹੀਂ। ਅਸੀਂ ਬੜੀ ਅਮੀਰ ਵਿਰਾਸਤ ਦੇ ਮਾਲਕ ਹਾਂ। ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉਹਨਾਂ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ। ਔਰ ਸਾਡੇ ਕੋਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਨੇ ਧਰਮ ਤੇ ਰਾਜਨੀਤੀ ਦਾ ਸੁਮੇਲ ਕੀਤਾ, ਸਾਨੂੰ ਸਿਖਾਇਆ ਜੇ ਸਾਡੇ ਕੋਲੇ ਧਰਮ ਹੈ ਤੇ ਸਾਡੇ ਕੋਲੇ ਰਾਜਨੀਤੀ ਹੋਣੀ ਚਾਹੀਦੀ, ਜ਼ਰੂਰੀ ਹੈ। ਜਿਹੜਾ ਰਾਜਨੀਤਿਕ ਬੰਦਾ ਹੈ
ਉਹਦੇ ਕੋਲੇ ਧਰਮ ਦਾ ਹੋਣਾ। ਤੁਸੀਂ ਦਰਬਾਰ ਸਾਹਿਬ ਜਾਓ, ਅਸੀਂ ਦਰਬਾਰ ਸਾਹਿਬ ਨਤਮਸਤਕ ਹੁੰਦੇ ਹਾਂ ਤੇ ਜਦੋਂ ਅਸੀਂ ਨਮਸਕਾਰ ਕਰਕੇ ਬਾਹਰ ਨਿਕਲਦੇ ਹਾਂ ਤੇ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਦਿਸਦਾ ਹੈ। ਉਹ ਸਾਨੂੰ ਅਹਿਸਾਸ ਕਰਾਉਂਦਾ ਗੁਰੂ ਕਿਆ ਸਿੱਖਿਆ ਇਹ ਨਾ ਭੁੱਲੀ ਕਿ ਤੇਰੇ ਕੋਲੇ ਰਾਜਨੀਤੀ ਨਾ ਹੋਵੇ, ਰਾਜਨੀਤੀ ਹੋਣੀ ਚਾਹੀਦੀ ਹੈ। ਤੇ ਜੇ ਅਸੀਂ ਅਕਾਲ ਤਖਤ ਸਾਹਿਬ ਤੇ ਖੜੇ ਹੁੰਦੇ ਹਾਂ ਤੇ ਸਾਨੂੰ ਸਾਹਮਣੇ ਹਰਮੰਦਰ ਸਾਹਿਬ ਦਿਸਦਾ ਹੈ, ਉਹ ਸਾਨੂੰ ਅਹਿਸਾਸ ਕਰਾਉਂਦਾ ਵੇਖੀ ਕਿਤੇ ਰਾਜਨੀਤੀ ਦੇ ਵਿੱਚ ਆ ਕੇ ਧਰਮ ਨੂੰ ਨਾ ਭੁੱਲ ਜਾਈਂ। ਜੇ ਤੇਰੇ ਕੋਲੇ ਧਰਮ ਨਹੀਂ ਹੋਏਗਾ ਤੇ ਤੇਰਾ ਹਾਲ ਉਹ ਹੋਏਗਾ ਜਿਹੜਾ ਗੁਰੂ ਨਾਨਕ ਸਾਹਿਬ ਨੇ ਉਹਨਾਂ ਲੋਕਾਂ ਤੇ ਕਟਾਕਸ਼ ਕੀਤਾ ਸੀ, ਕਲ ਕਾਤੀ ਰਾਜੇ ਕਸਾਈ ਧਰਮ ਪੰਗ ਕਰ ਉੱਡ ਰਿਹਾ। ਕਲਯੁਗ ਦੇ ਰਾਜੇ ਕਸਾਈ ਕਿਉਂ ਬਣੇ ਸੀ? ਉਹਨਾਂ ਕੋਲੇ ਧਰਮ ਨਹੀਂ ਸੀ। ਇਸ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਨੇ ਸਾਨੂੰ ਇਹ ਫਲਸਫਾ ਦਿੱਤਾ ਹੈ, ਕਉ ਕਿਸੇ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ, ਰਾਜ ਬਿਨਾ ਨੇ ਧਰਮ ਚਲੇ ਹੈ, ਧਨ ਬਿਨਾ ਸਭ ਦਲੇ ਮਲੇ ਹੈ। ਇਸ ਕਰਕੇ ਸਾਡੇ ਕੋਲੇ ਧਰਮ ਦਾ ਹੋਣਾ ਜ਼ਰੂਰੀ ਹੈ। ਜੇ ਰਾਜਨੀਤਿਕ ਬੰਦੇ ਕੋਲੇ ਧਰਮ ਨਹੀਂ, ਉਹ ਅੱਛਾ ਰਾਜਾ ਨਹੀਂ ਬਣ ਸਕਦਾ। ਇਸ ਕਰਕੇ ਇਹ ਦੋਨਾਂ ਚੀਜ਼ਾਂ ਦਾ ਜਿਹੜਾ ਸਬੇਲ ਹੈ ਉਹ ਸਾਡੇ ਪਿਤਾ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਦੋ ਤਲਵਾਰਾਂ ਪੈਂਦੀਆਂ ਮੀਰੀ ਦੀ ਤੇ ਪੀਰੀ ਦੀ। ਉਹਨਾਂ ਨੇ ਸਬੇਲ ਕੀਤਾ, ਸਿਖਾਇਆ ਕਿ ਜਿਹੜਾ ਧਰਮ ਹੈ ਉਹ ਰਾਜਨੀਤਿਕ ਜਿਹੜੇ ਲੋਕ ਹੈ ਉਹਨਾਂ ਦੇ ਸੱਚੇ ਹੋਣਾ ਚਾਹੀਦਾ। ਰਾਜਨੀਤੀ ਦਾ ਜਿਹੜਾ ਕੁੰਡਾ ਹੈ ਉਹ ਧਰਮ ਤੇ ਨਹੀਂ ਹੋਣਾ ਚਾਹੀਦਾ। ਧਰਮੀ ਜਿਹੜਾ ਬੰਦਾ ਪਹਿਲਾਂ ਹੋਣਾ ਚਾਹੀਦਾ। ਇਹ ਰਾਜਨੀਤੀ ਨੂੰ ਸਹਾਰਾ ਬਣਾ ਕੇ ਚੱਲੇ। ਧਰਮ ਦੇ ਹਮੇਸ਼ਾ ਹੀ ਜਿਹੜਾ ਹੈ ਉੱਤੇ ਰਾਜਨੀਤੀ ਰਹੀ ਹੈ, ਤਾਂ ਅਸੀਂ ਇਸ ਤਰ੍ਹਾਂ ਦੇ ਹਾਲਾਤ ਵੇਖਦੇ। ਇਸ ਕਰਕੇ ਸਾਨੂੰ ਆਪਣੇ ਵਿਰਸੇ ਨਾਲ ਜੁੜਨ ਦੀ ਲੋੜ ਹੈ। ਗੁਰੂ ਦੇ ਚਰਨਾਂ 'ਚ ਫਿਰ ਅਰਦਾਸ ਬੇਨਤੀ ਹੈ, ਸਤਿਗੁਰੂ ਰਹਿਮਤ ਕਰੇ, ਆਪ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ। ਇਸੇ ਤਰ੍ਹਾਂ ਹੀ ਆਪ ਏਕਤਾ ਦਾ ਸਬੂਤ ਦਿੰਦੇ ਹੋਏ ਜਦੋਂ ਵੀ ਸਾਡੇ ਹੱਕਾਂ ਤੇ ਡਾਕਾ ਪਵੇ ਅਸੀਂ ਤਤਪਰ ਰਹੀਏ। ਉਹਨਾਂ ਚੁੱਕਾਂ ਦੀ ਖਿਮਾ ਕਰਿਓ। ਫਿਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਉੱਥੋਂ ਦੀ ਸਮੁੱਚੀ ਟੀਮ ਵੱਲੋਂ ਮੈਂ ਭਰੋਸਾ ਦਿਵਾਉਂਦਾ ਹਾਂ, ਅਸੀਂ ਤਨ ਕਰਕੇ ਮਨ ਕਰਕੇ ਤਨ ਕਰਕੇ ਤੁਹਾਡੇ ਨਾਲ ਹਾਂ, ਉੱਥੋਂ ਦੇ ਜੰਮੇ ਜਾਏ ਹਾਂ। ਇਸ ਕਰਕੇ ਕਦੀ ਐਸੀ ਗੱਲਬਾਤ ਨਹੀਂ ਹੋਏਗੀ ਅਸੀਂ ਪਿੱਛੇ ਰਹਾਂਗੇ, ਅੱਗੇ ਵੱਧ ਕੇ ਤੁਹਾਡੇ ਨਾਲ ਸਾਥ ਦੇਵਾਂਗੇ। ਸਰਦਾਰ ਮੇਹਰ ਸਿੰਘ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰਾਂ ਨੇ ਵੀ ਆਉਣਾ ਸੀ, ਪਰ ਫਿਊਨਲ ਤੇ ਜਾਣ ਕਰਕੇ ਉਹ ਹਾਜ਼ਰੀ ਨਹੀਂ ਲਵਾ ਸਕੇ। ਉਹਨਾਂ ਨੇ ਸੁਨੇਹਾ ਭੇਜਿਆ ਵਿਸ਼ੇਸ਼ ਤੌਰ ਤੇ ਕਿ ਬੱਚਿਆਂ ਦੇ ਨਾਲ ਅਸੀਂ ਹਰ ਸਮੇਂ ਖੜਾਂਗੇ। ਤੇ ਬਹੁਤ ਬਹੁਤ ਧੰਨਵਾਦ। ਬਾਬਾ ਜੀ ਨੇ ਇਤਿਹਾਸ ਤੋਂ ਜਾਣੂ ਕਰਵਾਇਆ, ਬਾਬਾ ਜੀ ਨੇ ਇਤਿਹਾਸ ਤੋਂ ਜਾਣੂ ਕਰਾਇਆ ਕਿ ਜਾਵਰ ਤੇ ਜ਼ਾਲਮ ਦੇ ਅੱਗੇ ਪੰਜਾਬ ਦੇ ਜਾਏ ਕਦੇ ਵੀ ਹਥਿਆਰ ਨਹੀਂ ਛੱਡਦੇ, ਭਾਵੇਂ ਹਾਲਾਤ ਕਿਹੋ ਜਿਹੇ ਵੀ ਹੋਣ। ਹੁਣ ਵੀ ਤੁਸੀਂ ਦੇਖ ਲਓ ਜਿਹੜੇ ਲੀਡਰ ਝੂਠੀ ਹਿੰਦੂ ਸਿੱਖ ਏਕਤਾ ਕਰਦੇ ਸੀ, ਨਾਲੇ ਲੜਾਉਣਾ ਪਾੜੋ ਤੇ ਰਾਜ ਕਰੋ ਦੀ ਨੀਤੀ ਜਿਹੜੀ 1947 ਤੋਂ ਬਾਅਦ ਲਗਾਤਾਰ ਇਹਨਾਂ ਨੇ ਚਲਾਈ ਹੋਈ ਸੀ, ਉਹ ਫੇਰ ਪੰਜਾਬ ਲੀਡ ਕਰ ਰਿਹਾ ਹੈ। ਦਿੱਲੀ ਵਿੱਚ ਮੇਰੇ ਹਿੰਦੂ ਵੀਰ, ਮੇਰੇ ਮੁਸਲਮਾਨ ਵੀਰ, ਮੇਰੇ ਈਸਾਈ ਵੀਰ, ਮੇਰੇ ਕ੍ਰਿਸਚਨ ਵੀਰ ਸਾਰਾ ਇੱਕ ਪਰਿਵਾਰ ਬਣ ਕੇ ਜਿਹੜੀ ਦਿੱਲੀ ਜਿੱਥੇ ਦਿਨ ਦਿਹਾੜੇ ਕਤਲ ਹੁੰਦੇ ਸੀ, ਰੇਪ ਹੁੰਦੇ ਸੀ, ਉੱਥੇ ਜਦੋਂ ਦੇ ਪੰਜਾਬੀ ਸ਼ੇਰ ਗਏ ਨੇ, ਸਾਡੀਆਂ ਬੱਚੀਆਂ ਕੱਲੀਆਂ ਆ ਕੇ ਉੱਥੇ ਹਿੰਦੂ ਪਰਿਵਾਰਾਂ ਦੀਆਂ, ਮੁਸਲਮਾਨ ਪਰਿਵਾਰਾਂ ਦੀਆਂ ਆ ਕੇ ਉੱਥੇ ਸੇਵਾ ਕਰ ਰਹੀਆਂ ਨੇ ਤੇ ਉਹ ਆਪਣੇ ਆਪ ਨੂੰ ਬਹੁਤ ਸੇਫ ਫੀਲ ਕਰ ਰਹੀਆਂ ਨੇ। ਜਿਹੜਾ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਮਨੁੱਖ ਤੋਂ ਸਿੰਘ ਬਣਾਉਣ ਤੱਕ, ਸਿੱਖ ਬਣਾਉਣ ਤੱਕ ਦਾ ਮਾਡਲ ਗੁਰੂ ਸਾਹਿਬ ਨੇ ਬਖਸ਼ਿਆ, ਉਹਦੇ ਕਿਰਦਾਰ ਦੀ ਪਰਖ ਅੱਜ ਦਿੱਲੀ ਦੀਆਂ ਸੜਕਾਂ ਤੇ ਹੋ ਰਹੀ ਹੈ। ਉਹਦੀ ਪਰਖ ਅੱਜ ਸਮੁੱਚੇ ਸੰਸਾਰ ਦੀਆਂ ਸੜਕਾਂ ਤੇ ਹੋ ਰਹੀ ਹੈ। ਤੁਸੀਂ ਦੇਖ ਸਕਦੇ ਹੋ ਸਾਡੇ ਬੱਚੇ, ਸਾਡੇ ਈਵਨ ਕਿ ਉਰੇ ਦੇ ਬੋਰਨ ਜੰਮੇ ਬੱਚੇ ਜਿਹੜੇ ਕਦੇ ਪੰਜਾਬ ਦੋ ਤਿੰਨ ਵਾਰੇ ਆਪਣੀ ਜ਼ਿੰਦਗੀ 'ਚ ਗਏ ਹੋਣੇ, ਉਹ ਕਿੰਨੇ ਢੰਗ ਨਾਲ, ਕਿੰਨੇ ਸੋਹਣੇ ਤਰੀਕੇ ਨਾਲ ਵਿਦੇਸ਼ਾਂ ਦੀਆਂ ਸੜਕਾਂ ਤੇ। Everybody, just as a reminder one more time, please try to social distance as much as possible. We want to stay 6 feet apart. It's very important we do that. We have our team from the EPS here as well. They're making sure that everyone's staying safe, everyone's staying responsible. Vital that we stay 6 feet apart. Wear your masks over the nose, over the mouth. We have hand sanitizing stations set up throughout the crosswalk here and on stage. If anyone needs a mask, we have them on stage. Please come. If anyone needs any hand sanitizer, we have plenty. Please come. It's vital that we stay 6 feet apart, guys. I really appreciate it.
ਦੱਸ ਦਈਏ ਕਿ ਇਸ ਮੌਕੇ ਸੈਂਕੜੇ ਦੀ ਗਿਣਤੀ ਵਿੱਚ ਕਾਰਾਂ ਦਾ ਕਾਫਲਾ ਸੀ, ਜਿਸ ਉੱਪਰ ਕਿਸਾਨੀ ਨਾਲ ਸੰਬੰਧਿਤ ਅਤੇ ਮਾਰੂ ਬਿੱਲਾਂ ਨੂੰ ਵਾਪਸ ਲੈਣ ਲਈ ਸਲੋਗਨ ਲਿਖੇ ਸਟicker, ਬੈਨਰ ਅਤੇ ਸਾਈਨ ਬੋਰਡ ਵੀ ਲਗਾਏ ਗਏ ਸਨ। ਠੰਡ ਹੋਣ ਦੇ ਬਾਵਜੂਦ ਇਸ ਵੱਡੇ ਇਕੱਠ ਵਿੱਚ ਔਰਤਾਂ, ਮਰਦਾਂ ਤੋਂ ਇਲਾਵਾ ਬਜ਼ੁਰਗ ਵੀ ਸ਼ਾਮਲ ਸਨ। ਸਮੂਹ ਭਾਈਚਾਰੇ ਦੇ ਲੋਕਾਂ ਵੱਲੋਂ ਭਾਰਤ ਸਰਕਾਰ ਨੂੰ ਬਿੱਲ ਵਾਪਸ ਲੈਣ ਦੀ ਚੇਤਾਵਨੀ ਵੀ ਦਿੱਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਵੱਲੋਂ ਇਹ ਬਿੱਲ ਵਾਪਸ ਨਹੀਂ ਲਿਆ ਗਿਆ ਤਾਂ ਇਸ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ। ਇਸੇ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਸਰਕਾਰ ਵੀ ਇਹਨਾਂ ਬਿੱਲਾਂ ਦਾ ਵਿਰੋਧ ਕਰ ਰਹੀ ਹੈ ਅਤੇ ਕੈਨੇਡੀਅਨ ਸਰਕਾਰ ਕਿਸਾਨਾਂ ਦੇ ਨਾਲ ਖੜੀ ਹੈ। जिंदाबाद जिंदाबाद सरकार इनकलाब जिंदाबाद किसान मजदूर एकता, किसान मजदूर एकता, किसान मजदूर एकता, किसान मजदूर एकता। No farmer, no farmer, no farmer, no farmer, किसान मजदूर एकता, किसान मजदूर एकता, किसान मजदूर एकता। मोदी
ਬ੍ਰੈਕ ਹੁੰਦਾ ਵੀਰੇ, ਬ੍ਰੈਕ ਹੁੰਦਾ। ਆ ਜਾ ਵੀਰੇ, ਆ ਜਾ। किसान एकता जिंदाबाद, किसान एकता जिंदाबाद, किसान एकता जिंदाबाद, केंद्र सरकार जिंदाबाद, केंद्र सरकार तक नहीं आगे, तक नहीं आगे। ब्यूरो रिपोर्ट, स्टार कनेडा टीवी।